प्यारे विद्यार्थियों सत श्री अकाल। तुहाडा स्वागत है पंजाबी लाजमी दी 11वीं जमात दी अज दी ऑनलाइन क्लास दे विच। अज इस क्लास दे विच आपां पंजाबी लाजमी दी दूजी मिथ कथा वनगी दी जिहड़ी दूजी तुहाडी कहानी है नल ते दमयंती ਉਹਦੇ ਸਾਰ ਤੇ ਉਹਦੇ ਜਿਹੜੇ ਵਸਤੂਨਿਸ਼ਟ ਸੰਖੇਪ ਪ੍ਰਸ਼ਨ ਨੇ ਉਹਨਾਂ ਬਾਰੇ ਗੱਲ ਕਰਾਂਗੇ। ਸ਼ੁਰੂ ਕਰਨ ਲੱਗੇ ਹਾਂ ਕਹਾਣੀ। ਨਿਸ਼ਦ ਦੇਸ਼ ਦਾ ਇੱਕ ਰਾਜਾ ਸੀ ਵੀਰਸੇਨ ਤੇ ਉਸ ਰਾਜੇ ਦਾ ਇੱਕ ਪੁੱਤਰ ਸੀ ਜਿਹਦਾ ਨਾਂ ਸੀ ਨਲ। ਉਹ ਤੇਜਸਵੀ ਸੀ, ਗੁਣਵਾਨ, ਸੁੰਦਰ ਤੇ ਬਲਵਾਨ ਸੀ। ਘੋੜੇ ਦੌੜਾਉਣ ਦੇ ਵਿੱਚ ਉਹਨੂੰ ਖਾਸ ਮੁਹਾਰਤ ਸੀ। ਤੇ ਇਸੇ ਤਰ੍ਹਾਂ ਹੀ ਇੱਕ ਦੇਸ਼ ਦਾ ਨਾਂ ਸੀ ਵਿਦਰਭ ਤੇ ਉਸ ਦੇਸ਼ ਦੇ ਵਿੱਚ ਭੀਮ ਨਾਂ ਦਾ ਇੱਕ ਰਾਜਾ ਰਾਜ ਕਰਦਾ ਸੀ ਤੇ ਉਸਦੀ ਇੱਕ ਰਾਜਕੁਮਾਰੀ ਸੀ ਜਿਸ ਦਾ ਨਾਂ ਸੀ ਦਮਯੰਤੀ। ਦਮਯੰਤੀ ਵੀ ਰੂਪਵਤੀ ਸੀ, ਬੁੱਧੀਮਾਨ ਸੀ ਤੇ ਹੋਰ ਬਹੁਤ ਸਾਰੇ ਗੁਣਾਂ ਦੀ ਮਾਲਕ ਸੀ। ਨਲ ਤੇ ਦਮਯੰਤੀ ਦੋਨੇ ਆਪਣੇ ਗੁਣਾਂ ਦੇ ਕਾਰਨ ਲੋਕਾਂ ਦੇ ਵਿੱਚ ਮਸ਼ਹੂਰ ਹੋ ਗਏ। ਲੋਕ ਉਹਨਾਂ ਨੂੰ ਜਾਣਨ ਲੱਗ ਪਏ ਤੇ ਇਹਨਾਂ ਦੋਨਾਂ ਨੂੰ ਵੀ ਆਪਸ ਦੇ ਵਿੱਚ ਇੱਕ ਦੂਜੇ ਦੀ ਵਡਿਆਈ ਦਾ, ਪ੍ਰਸ਼ੰਸਾ ਦਾ ਪਤਾ ਲੱਗਾ ਤੇ ਇਹ ਦੋਨੋਂ ਹੀ ਬਿਨਾਂ ਇੱਕ ਦੂਜੇ ਨੂੰ ਮਿਲੇ ਹੌਲੀ ਹੌਲੀ ਇੱਕ ਦੂਜੇ ਦੇ ਨਾਲ ਲਗਾਅ ਮਹਿਸੂਸ ਕਰਨ ਲੱਗ ਪਏ। ਦਮਯੰਤੀ ਜਦੋਂ ਜਵਾਨ ਹੋਈ ਤਾਂ ਉਸਦੇ ਪਿਤਾ ਨੇ ਉਸਦਾ ਵਿਆਹ ਕਰਨ ਦੇ ਲਈ ਇੱਕ ਸਵੰਬਰ ਦਾ ਆਯੋਜਨ ਕੀਤਾ। ਜੇ ਸਵੰਬਰ ਤੁਸੀਂ ਮਹਾਭਾਰਤ ਜਾਂ ਰਮਾਇਣ ਵਗੈਰਾ ਤੁਸੀਂ ਦੇਖੀ ਹੈ ਤਾਂ ਉਹਨਾਂ ਦੇ ਵਿੱਚ ਕੀ ਹੁੰਦਾ ਸੀ, ਪੁਰਾਣੇ ਸਮਿਆਂ ਦੇ ਵਿੱਚ ਰਾਜੇ ਆਪਣੇ ਪੁੱਤਰ ਜਾਂ ਪੁੱਤਰੀ ਦੇ ਜਵਾਨ ਹੋਣ ਤੋਂ ਬਾਅਦ ਜਦੋਂ ਉਹਨਾਂ ਦਾ ਵਿਆਹ ਕਰਨਾ ਹੁੰਦਾ ਸੀ ਤਾਂ ਉਹ ਸਵੰਬਰ ਰਚਦੇ ਸੀ ਜਿਹਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਰਾਜੇ ਰਾਜਕੁਮਾਰ ਭਾਗ ਲੈਂਦੇ ਸੀ ਤੇ ਜੋ ਸਭ ਤੋਂ ਯੋਗ ਵਰ ਹੁੰਦਾ ਸੀ ਰਾਜਕੁਮਾਰੀ ਉਸਨੂੰ ਚੁਣਦੀ ਸੀ। ਤਾਂ ਦਮਯੰਤੀ ਦੇ ਪਿਤਾ ਨੇ ਵੀ ਇਹੀ ਕੀਤਾ। ਦਮਯੰਤੀ ਨਾਲ ਵਿਆਹ ਕਰਾਉਣ ਦੀ ਇੱਛਾ ਲੈ ਕੇ ਬਹੁਤ ਦੂਰ ਦੂਰ ਤੋਂ ਰਾਜੇ ਤੇ ਰਾਜਕੁਮਾਰ ਪਹੁੰਚੇ। ਹੋਰ ਤਾਂ ਹੋਰ ਕਹਿੰਦੇ ਕਈ ਦੇਵਤੇ ਵੀ ਰਾਜਿਆਂ ਦਾ ਰੂਪ ਧਾਰ ਕਰਕੇ ਸਵੰਬਰ ਵਿੱਚ ਪਹੁੰਚੇ ਸੀ, ਪਰੰਤੂ ਕੀ ਸੀ, ਦਮਯੰਤੀ ਮਨ ਹੀ ਮਨ ਨਲ ਨੂੰ ਆਪਣਾ ਪਤੀ ਸਵੀਕਾਰ ਕਰ ਚੁੱਕੀ ਸੀ। ਕਹਿੰਦੇ ਹੈਰਾਨੀ ਇਹ ਗੱਲ ਦੀ ਹੋਈ, ਅਚੰਭਾ ਇਹ ਹੋਇਆ ਕਿ ਜਦੋਂ ਸਵੰਬਰ ਸਮੇਂ ਰਾਜੇ ਨਲ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਸ ਨੂੰ ਇੱਕ ਨਾਲ ਨਹੀਂ ਸਗੋਂ ਕਈ ਰਾਜੇ ਨਾਲ ਉੱਥੇ ਬੈਠੇ ਦਿਖਾਈ ਦੇਣ ਲੱਗੇ। ਇਹ ਸਭ ਕਿਉਂ ਹੋਇਆ? ਕਿਉਂਕਿ ਕਈ ਦੇਵਤਿਆਂ ਨੇ ਦਮਯੰਤੀ ਦੇ ਨਾਲ ਵਿਆਹ ਕਰਾਉਣ ਦੇ ਲਈ ਰਾਜੇ ਨਲ ਦਾ ਰੂਪ ਧਾਰਨ ਕੀਤਾ ਹੋਇਆ ਸੀ। ਪਰ ਜਦੋਂ ਉਹਨੇ ਬਹੁਤ ਧਿਆਨ ਦੇ ਨਾਲ ਇਕਾਗਰ ਚਿੱਤ ਹੋ ਕੇ ਵੇਖਿਆ ਤਾਂ ਉਸ ਨੂੰ ਅਸਲੀ ਨਲ ਲੱਭ ਗਿਆ। ਉਹਨੇ ਦੇਖਿਆ, ਕਿਸ ਚੀਜ਼ ਤੋਂ ਪਛਾਣ ਆਈ ਕਿ ਦੇਵਤਿਆਂ ਦੇ ਸਰੀਰ ਉੱਪਰ ਮੁੜਕੇ ਦੀ ਕੋਈ ਵੀ ਬੂੰਦ ਨਹੀਂ ਸੀ, ਉਹਨਾਂ ਦੀਆਂ ਪਲਕਾਂ ਵੀ ਨਹੀਂ ਸਨ ਝਪਕਦੀਆਂ। ਤਾਂ ਇਹ ਮਿੱਥ ਕਥਾ ਦੇ ਵਿੱਚ ਅਕਸਰ ਹੀ ਹੁੰਦਾ ਹੈ ਕਿ ਕੁਝ ਗੱਲਾਂ ਆਪਾਂ ਨੂੰ ਇਹੋ ਜਿਹੀਆਂ ਕਹੀਆਂ ਜਾਂਦੀਆਂ ਨੇ ਕਿ ਜਿਨ੍ਹਾਂ 'ਤੇ ਆਪਾਂ ਵਿਸ਼ਵਾਸ ਨਹੀਂ ਕਰ ਸਕਦੇ। ਤਾਂ ਇਹਦੇ ਵਿੱਚ ਕੀ ਹੈ ਕਿ ਦੇਵਤਿਆਂ ਦੇ ਸਰੀਰ ਉੱਪਰ ਮੁੜਕੇ ਦੀ ਕੋਈ ਬੂੰਦ ਨਹੀਂ ਸੀ, ਪਲਕਾਂ ਵੀ ਨਹੀਂ ਝਪਕਦੀਆਂ ਸਨ ਤੇ ਉਹਨਾਂ ਦੇ ਪੈਰ ਵੀ ਧਰਤੀ ਨੂੰ ਨਹੀਂ ਛੂੰਹਦੇ ਸੀ ਤੇ ਨਾ ਹੀ ਉਹਨਾਂ ਦਾ ਕੋਈ ਪਰਛਾਵਾਂ ਸੀ। ਦਮਯੰਤੀ ਨੇ ਵਰਮਾਲਾ ਨਲ ਦੇ ਗਲ ਵਿੱਚ ਪਾ ਦਿੱਤੀ ਤੇ ਸਾਰਿਆਂ ਨੇ ਉਸਦੀ ਚੋਣ ਉੱਤੇ ਖੁਸ਼ੀ ਪ੍ਰਗਟ ਕੀਤੀ। ਸਾਰੇ ਦੇਵਤਿਆਂ ਨੇ ਉਸ ਨੂੰ ਆਸ਼ੀਰਵਾਦ ਦਿੱਤਾ। ਵਿਆਹ ਹੋਣ ਤੋਂ ਬਾਅਦ ਨਲ ਤੇ ਦਮਯੰਤੀ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗੇ। ਉਹਨਾਂ ਦੇ ਘਰ ਇੱਕ ਲੜਕੇ ਤੇ ਇੱਕ ਲੜਕੀ ਨੇ ਜਨਮ ਲਿਆ। ਪਰੰਤੂ ਕੀ ਹੋਇਆ ਕਿ ਕਲਯੁਗ ਤੋਂ ਉਹਨਾਂ ਦੀ ਖੁਸ਼ੀ ਬਰਦਾਸ਼ਤ ਨਾ ਹੋਈ ਤੇ ਉਹਨੇ ਉਹਨਾਂ ਦੀ ਖੁਸ਼ੀ ਦੇ ਵਿੱਚ ਭੰਗ ਪਾਉਣ ਦੀ ਸੋਚੀ। ਕਲਯੁਗ ਨੇ ਕੀ ਸੋਚਿਆ ਕਿ ਮੈਂ ਨਲ ਦੇ ਅੰਦਰ ਨਿਵਾਸ ਕਰਾਂਗਾ, ਭਾਵ ਨਲ ਦੇ ਅੰਦਰ ਦਾਖਲ ਹੋ ਜਾਵਾਂਗਾ ਤੇ ਉਹਦੀ ਜੋ ਆਪਣੀ ਚਾਲ ਚੱਲ ਕੇ ਉਸਨੂੰ ਰਾਜ ਭਾਗ ਤੋਂ ਵਾਂਝਾ ਕਰ ਦੇਵਾਂਗਾ ਤੇ ਫਿਰ ਉਸਨੂੰ ਦਮਯੰਤੀ ਵੀ ਪਿਆਰ ਨਹੀਂ ਕਰ ਸਕੇਗੀ ਤੇ ਉਹਨਾਂ ਦੋਨਾਂ ਦਾ ਵਿਛੋੜਾ ਪੈ ਜਾਵੇਗਾ। ਸਮਾਂ ਪਾ ਕੇ ਕੀ ਹੋਇਆ, ਰਾਜਾ ਨਲ ਜੂਆ ਖੇਡਣ ਦੇ ਵਿੱਚ ਗੁੜਚ ਹੋ ਗਿਆ ਤੇ ਉਹ ਆਪਣੇ ਛੋਟੇ ਭਰਾ, ਭਾਵ ਨਲ ਦੇ ਛੋਟੇ ਭਰਾ ਦਾ ਨਾਂ ਸੀ ਪੁਸ਼ਕਰ, ਉਹਦੇ ਨਾਲ ਮਿਲ ਕੇ ਜੂਆ ਖੇਡਣ ਲੱਗ ਪਿਆ। ਕਲਯੁਗ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਨਲ ਜੂਏ ਦੇ ਵਿੱਚ ਹਾਰਦਾ ਚਲਾ ਗਿਆ ਤੇ ਨਲ ਦਾ ਭਰਾ ਪੁਸ਼ਕਰ ਜਿੱਤਦਾ ਚਲਾ ਗਿਆ। ਜਦੋਂ ਦਮਯੰਤੀ ਨੂੰ ਇਸ ਸਭ ਬਾਰੇ ਪਤਾ ਲੱਗਾ ਤਾਂ ਉਸਨੇ ਨਲ ਨੂੰ ਇਹ ਜੂਆ ਖੇਡਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਨਲ 'ਤੇ ਇਹ ਸਾਰੀ ਗੱਲ ਦਾ ਅਸਰ ਨਹੀਂ ਹੋਇਆ ਕਿਉਂਕਿ ਉਸ ਦੇ ਉੱਪਰ ਕਲਯੁਗ ਹਾਵੀ ਸੀ। ਦਮਯੰਤੀ ਨੇ ਆਉਣ ਵਾਲੇ ਮਾੜੇ ਸਮੇਂ ਦਾ ਅਨੁਮਾਨ ਲਗਾਇਆ ਤੇ ਆਪਣੇ ਦੋਨੋਂ ਬੱਚਿਆਂ ਨੂੰ ਆਪਣੇ ਪਿਤਾ ਕੋਲ ਭੇਜ ਦਿੱਤਾ। ਹਾਲਾਤ ਇਹ ਸੀ ਕਿ ਨਲ ਆਪਣਾ ਸਭ ਕੁਝ ਜੂਏ ਵਿੱਚ ਹਾਰ ਚੁੱਕਾ ਸੀ ਤੇ ਸਿਰਫ ਉਹਦੇ ਕੋਲ ਆਪਣੀ ਪਤਨੀ ਸੀ ਦਮਯੰਤੀ ਤੇ ਇੱਕ ਉਹ ਖੁਦ ਸੀ।
ਦੋਵਾਂ ਕੋਲ ਇੱਕ ਇੱਕ ਵਸਤਰ ਸੀ, ਭਾਵ ਜੋ ਕੱਪੜੇ ਉਹਨਾਂ ਨੇ ਪਹਿਨੇ ਹੋਏ ਸੀ। ਪੁਸ਼ਕਰ ਨੇ ਨਲ ਦਾ ਸਾਰਾ ਰਾਜ ਜਿੱਤ ਲਿਆ ਤੇ ਜਨਤਾ ਦੇ ਨੂੰ ਹੁਕਮ ਕਰ ਦਿੱਤਾ ਕਿ ਕੋਈ ਵੀ ਨਲ ਤੇ ਦਮਯੰਤੀ ਨੂੰ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਨਹੀਂ ਦੇਵੇਗਾ, ਇੱਥੋਂ ਤੱਕ ਕਿ ਉਹਨਾਂ ਨੂੰ ਅੰਨ ਪਾਣੀ ਵੀ ਨਹੀਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਕੀ ਹੋਇਆ, ਨਲ ਆਪਣਾ ਸਾਰਾ ਰਾਜ ਭਾਗ ਛੱਡ ਕੇ ਜੰਗਲ ਜਾਣ ਲਈ ਤੁਰ ਪਿਆ ਤਾਂ ਦਮਯੰਤੀ ਨੇ ਵੀ ਉਸ ਦੇ ਨਾਲ ਜਾਣ ਦੀ ਜਿੱਦ ਫੜੀ। ਨਲ ਨੇ ਉਸਨੂੰ ਆਪਣੇ ਨਾਲ ਆਉਣ ਤੋਂ ਰੋਕਿਆ ਤੇ ਉਹਦੇ ਆਪਣੇ ਪਿਤਾ ਕੋਲ ਜਾਣ ਲਈ ਕਿਹਾ, ਕਿਉਂਕਿ ਜੰਗਲ ਦੇ ਵਿੱਚ ਰਹਿਣਾ ਬਹੁਤ ਔਖਾ ਹੋਵੇਗਾ, ਰਸਤੇ ਦੇ ਵਿੱਚ ਬਹੁਤ ਜ਼ਿਆਦਾ ਔਕੜਾਂ ਆਉਣਗੀਆਂ। ਇਸ ਕਰਕੇ ਉਹਨੇ ਦਮਯੰਤੀ ਨੂੰ ਆਪਣੇ ਨਾਲ ਆਉਣ ਤੋਂ ਮਨਾ ਕੀਤਾ। ਪਰ ਦਮਯੰਤੀ ਨੇ ਕੀ ਕਿਹਾ ਕਿ ਉਹਨਾਂ ਦੋਨਾਂ ਨੇ ਵਿਆਹ ਦੇ ਸਮੇਂ ਦੁੱਖ ਸੁੱਖ ਵਿੱਚ ਇਕੱਠਿਆਂ ਰਹਿਣ ਦਾ ਪ੍ਰਣ ਲਿਆ ਸੀ, ਇਸ ਕਰਕੇ ਉਹ ਹਰ ਹਾਲਤ ਦੇ ਵਿੱਚ ਉਸ ਦੇ ਨਾਲ ਰਹੇਗੀ ਤੇ ਉਹ ਕਦੇ ਵੀ ਆਪਣੇ ਪਤੀ ਨਲ ਤੋਂ ਜੁਦਾਈ ਬਰਦਾਸ਼ਤ ਨਹੀਂ ਕਰ ਸਕੇਗੀ। ਇਸ ਕਰਕੇ ਉਹ ਦੋਨੋਂ ਹੀ ਜੰਗਲ ਵੱਲ ਤੁਰ ਪਏ। ਨਲ ਤੇ ਦਮਯੰਤੀ ਦੋਨੋਂ ਕਈ ਦਿਨਾਂ ਤੱਕ ਭੁੱਖੇ ਭਾਣੇ ਰਹੇ। ਸਫ਼ਰ ਦੀ ਥਕਾਵਟ ਕਰਕੇ ਬਹੁਤ ਬੁਰਾ ਹਾਲ ਹੋ ਚੁੱਕਾ ਸੀ। ਇੱਕ ਸ਼ਾਮ ਉਹ ਧਰਮਸ਼ਾਲਾ ਦੇ ਨੇੜੇ ਠਹਿਰੇ ਹੋਏ ਸੀ। ਬਹੁਤ ਜ਼ਿਆਦਾ ਥਕਾਵਟ ਹੋਣ ਕਰਕੇ ਦਮਯੰਤੀ ਘੂਕ ਸੌਂ ਗਈ ਸੀ, ਪਰ ਚਿੰਤਾ ਕਰਕੇ ਰਾਜੇ ਨਲ ਨੂੰ ਨੀਂਦ ਨਹੀਂ ਆ ਰਹੀ ਸੀ। ਰਾਜੇ ਨਲ ਨੇ ਸੋਚਿਆ ਕਿ ਜਦੋਂ ਦਮਯੰਤੀ ਉਸ ਦੇ ਨਾਲ ਰਹੇਗੀ ਤਾਂ ਉਹਨੂੰ ਹੋਰ ਬਹੁਤ ਸਾਰੇ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਕਰਕੇ ਨਲ ਦੇ ਮਨ ਦੇ ਵਿੱਚ ਕੀ ਵਿਚਾਰ ਆਇਆ ਕਿ ਉਹ ਦਮਯੰਤੀ ਨੂੰ ਸੁੱਤੀ ਪਈ ਹੀ ਛੱਡ ਕੇ ਚਲਾ ਜਾਵੇ, ਪਰ ਨਾਲ ਹੀ ਉਹਨੇ ਸੋਚਿਆ ਕਿ ਉਸ ਨੂੰ ਬੇਵਫਾ ਵੀ ਸਮਝੇਗੀ। ਪਰ ਸਭ ਕੁਝ ਸੋਚ ਵਿਚਾਰ ਕਰਨ ਤੋਂ ਬਾਅਦ ਨਲ ਨੇ ਇਹੀ ਫੈਸਲਾ ਲਿਆ ਕਿ ਉਹ ਦਮਯੰਤੀ ਨੂੰ ਇਕੱਲੇ ਛੱਡ ਕੇ ਚਲਾ ਜਾਵੇ। ਜਦੋਂ ਦਮਯੰਤੀ ਸਵੇਰ ਨੂੰ ਉੱਠੀ, ਉਹਦੀ ਜਾਗ ਖੁੱਲ੍ਹੀ ਤਾਂ ਉਹਨੇ ਰਾਜੇ ਨਲ ਨੂੰ ਆਪਣੇ ਕੋਲ ਨਾ ਵੇਖਿਆ ਤਾਂ ਉਸ ਦਾ ਮਨ ਤਰਾਟ ਹੋ ਗਿਆ। ਤਰਾਟ ਤੋਂ ਭਾਵ ਹੈ ਵਿਆਕੁਲ ਹੋ ਗਿਆ। ਉਹ ਬਾਵਲੀ ਹੋਈ ਪਾਗਲਾ ਵਾਂਗ ਰਾਜੇ ਨਲ ਨੂੰ ਢੂੰਡਣ ਦੇ ਲਈ, ਲੱਭਣ ਦੇ ਲਈ ਜੰਗਲ ਵੱਲ ਤੁਰ ਪਈ ਤੇ ਉਹ ਵਿਰਲਾਪ ਕਰਦੀ ਹੋਈ ਰਾਜੇ ਨਲ ਨੂੰ ਪੁਕਾਰਦੀ ਹੋਈ ਜੰਗਲ ਦੇ ਵਿੱਚ ਨਲ ਬਾਰੇ ਪੁੱਛਦੀ ਹੋਈ ਆਪਣੇ ਆਪ ਨੂੰ ਕੋਸ ਰਹੀ ਸੀ ਕਿ ਉਹ ਕਿਉਂ ਸੁੱਤੀ। ਰਾਹ ਵਿੱਚ ਤੁਰਦਿਆਂ ਤੁਰਦਿਆਂ ਦਮਯੰਤੀ ਨੂੰ ਇੱਕ ਅਜਗਰ ਮਿਲਿਆ। ਦਮਯੰਤੀ ਨੂੰ ਅਜਗਰ ਨੇ ਪੈਰਾਂ ਵੱਲੋਂ ਨਿਗਲਣਾ ਸ਼ੁਰੂ ਕੀਤਾ ਸੀ ਕਿ ਉਸੇ ਸਮੇਂ ਉੱਥੇ ਇੱਕ ਸ਼ਿਕਾਰੀ ਆ ਗਿਆ, ਜਿਸਨੇ ਤਲਵਾਰ ਦੇ ਨਾਲ ਅਜਗਰ ਨੂੰ ਮਾਰ ਕੇ ਦਮਯੰਤੀ ਦੀ ਜਾਨ ਬਚਾਈ। ਪਰੰਤੂ ਦਮਯੰਤੀ ਦੀ ਜੋ ਬਿਪਤਾ ਹੈ ਉੱਥੇ ਹੀ ਨਾ ਮੁੱਕੀ, ਕਿਉਂਕਿ ਜਿਹੜੇ ਸ਼ਿਕਾਰੀ ਨੇ ਉਸਨੂੰ ਅਜਗਰ ਤੋਂ ਬਚਾਇਆ ਸੀ ਉਸ ਦੇ ਮਨ ਦੇ ਵਿੱਚ ਦਮਯੰਤੀ ਪ੍ਰਤੀ ਮੰਦਭਾਵਨਾ ਆ ਗਈ ਸੀ। ਪਰ ਉੱਚੇ ਆਚਰਨ ਵਾਲੀ ਜੋ ਦਮਯੰਤੀ ਸੀ ਉਹਦੇ ਵਿੱਚ ਅਥਾਹ ਸ਼ਕਤੀ ਪੈਦਾ ਹੋਈ ਤੇ ਉਸਨੇ ਸ਼ਿਕਾਰੀ ਨੂੰ ਮਾਰ ਦਿੱਤਾ। ਰਾਜਾ ਨਲ ਦੀ ਭਾਲ ਕਰਦੀ ਹੋਈ ਦਮਯੰਤੀ ਰੋਂਦੀ ਕੁਰਲਾਉਂਦੀ ਜੰਗਲ ਦੇ ਵਿੱਚ ਭਟਕਦੀ ਰਹੀ ਤੇ ਉਸ ਦੇ ਮਨ ਦੀ ਹਾਲਤ ਬਹੁਤ ਜ਼ਿਆਦਾ ਬੁਰੀ ਹੋ ਗਈ ਸੀ, ਅਜਿਹੀ ਹੋ ਗਈ ਸੀ ਕਿ ਉਹ ਜੰਗਲ ਦੇ ਵਿੱਚ ਬੂਟਿਆਂ ਨੂੰ, ਬੁਰਖਾਂ ਨੂੰ, ਪਰਬਤਾਂ ਨੂੰ ਪੁਕਾਰ ਕੇ ਰਾਜੇ ਨਲ ਬਾਰੇ ਪੁੱਛ ਰਹੀ ਸੀ। ਜੰਗਲ ਦੇ ਵਿੱਚ ਉਹਨੂੰ ਬਹੁਤ ਸਾਰੇ ਰਿਸ਼ੀ ਮੁਨੀ ਮਿਲੇ, ਜਿਨ੍ਹਾਂ ਨੇ ਉਸ ਦਾ ਹਾਲ ਸੁਣ ਕੇ ਉਸ ਨੂੰ ਹੌਸਲਾ ਬਣਾਉਣ ਦੀ ਕੋਸ਼ਿਸ਼ ਕੀਤੀ। ਅਖੀਰ ਦੇ ਵਿੱਚ ਉਹ ਇੱਕ ਕਾਫਲੇ ਨਾਲ ਰਲ ਕੇ ਇੱਕ ਚੇਦੀ ਰਾਜ ਦੀ ਰਾਜਧਾਨੀ ਦੇ ਵਿੱਚ ਪਹੁੰਚ ਗਈ। ਇੱਥੋਂ ਦੀ ਜੋ ਰਾਜਮਾਤਾ ਸੀ ਉਹ ਦਮਯੰਤੀ ਦੀ ਮਾਤਾ ਸੀ ਤੇ ਉਸਨੇ ਦਮਯੰਤੀ ਨੂੰ ਅਪਣੱਤ ਤੇ ਪਿਆਰ ਨਾਲ ਆਪਣੇ ਕੋਲ ਰੱਖਿਆ। ਕੁਝ ਦਿਨਾਂ ਪਿੱਛੋਂ ਰਾਜਮਾਤਾ ਨੇ ਦਮਯੰਤੀ ਨੂੰ ਆਪਣੇ ਪਿਤਾ ਕੋਲ ਪਹੁੰਚਾ ਦਿੱਤਾ ਤਾਂ ਦਮਯੰਤੀ ਦੇ ਪਿਤਾ ਨੇ ਆਪਣੇ ਰਾਜ ਦੇ ਬ੍ਰਾਹਮਣ ਰਾਜਾ ਨਲ ਦੀ ਭਾਲ ਦੇ ਵਿੱਚ 4 ਚੁਫੇਰੇ ਲਗਾ ਦਿੱਤੇ। ਦੂਜੇ ਪਾਸੇ ਰਾਜਾ ਨਲ ਸੀ, ਉਹ ਬਹੁਤ ਤਰ੍ਹਾਂ ਦੇ ਕਸ਼ਟ ਚੱਲਦਾ ਹੋਇਆ ਰਾਜੇ ਰਿਤੂਪਰਣ ਕੋਲ ਪਹੁੰਚ ਗਿਆ। ਰਾਜਾ ਨਲ ਘੋੜੇ ਹਿੱਕਣ ਦਾ ਮਾਹਿਰ ਸੀ, ਇਸੇ ਕਰਕੇ ਭੇਸ ਬਦਲ ਕੇ ਉਹ ਘੋੜਿਆਂ ਦੇ ਵਾਹਕ ਭਾਵ ਘੋੜਿਆਂ ਨੂੰ ਚਲਾਉਣ ਵਾਲੇ ਦੇ ਵਜੋਂ ਉੱਥੇ ਨੌਕਰੀ ਕਰਨ ਲੱਗਾ। ਬਹੁਤ ਸਾਰੀਆਂ ਮੁਸ਼ਕਲਾਂ ਨੂੰ ਝੱਲਦੇ ਹੋਏ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ। ਉਸ ਦਾ ਜੋ ਖੂਬਸੂਰਤ ਸਰੀਰ ਸੀ ਉਹ ਬੇਪਛਾਣ ਹੋ ਗਿਆ ਸੀ, ਇਸੇ ਕਰਕੇ ਕਿਸੇ ਨੇ ਵੀ ਉਸ ਨੂੰ ਪਹਿਚਾਣਿਆ ਨਹੀਂ। ਇਸੇ ਸਮੇਂ ਦੇ ਦੌਰਾਨ ਰਾਜਾ ਭੀਮ ਦਾ ਇੱਕ ਬ੍ਰਾਹਮਣ ਸੀ, ਉਹ ਰਿਤੂਪਰਣ ਕੋਲ ਆਇਆ। ਰਾਜਾ ਨਾਲ ਜੋ ਉੱਥੇ ਘੋੜਿਆਂ ਦੇ ਵਾਹਕ ਦੇ ਭੇਸ ਵਿੱਚ ਰਹਿੰਦਾ ਸੀ, ਉਹਦੇ ਨਾਲ ਗੱਲਬਾਤ ਕਰਦਿਆਂ ਬ੍ਰਾਹਮਣ ਨੂੰ ਸ਼ੱਕ ਪੈ ਗਿਆ ਕਿ ਇਹ ਰਾਜਾ ਨਲ ਹੀ ਹੈ। ਉਸ ਨੇ ਵਾਪਸ ਜਾ ਕੇ ਸਾਰਾ ਹੁਲੀਆ ਦਮਯੰਤੀ ਨੂੰ ਦੱਸਿਆ। ਦਮਯੰਤੀ ਨੇ ਰਾਜਾ ਨਲ ਨੂੰ ਮੁੜ ਮਿਲਣ ਲਈ ਉਸ ਦੇ ਰਾਜਾ ਨਾਲ ਹੋਣ ਬਾਰੇ ਪੂਰੀ ਤਸੱਲੀ ਕਰਨ ਲਈ ਸਵੰਬਰ ਦਾ ਐਲਾਨ ਕੀਤਾ, ਭਾਵ ਦੁਬਾਰਾ ਆਪਣੇ ਵਿਆਹ ਦਾ ਐਲਾਨ ਕੀਤਾ। ਇਸ ਸਵੰਬਰ ਦੇ ਵਿੱਚ ਪਹੁੰਚਣ ਦੇ ਲਈ ਸਿਰਫ 1 ਦਿਨ ਦਾ ਸਮਾਂ ਦਿੱਤਾ ਗਿਆ ਸੀ। ਇਸ ਨੇ ਸਵੰਬਰ ਦਾ ਸੁਨੇਹਾ ਕੇਵਲ ਰਾਜੇ ਰਿਤੂਪਰਣ ਨੂੰ ਹੀ ਭੇਜਿਆ।
ਰਿਤੂਪਰਨ ਬੜਾ ਹੈਰਾਨ ਹੋਇਆ ਕਿਉਂਕਿ ਸਵੰਬਰ ਵਿੱਚ ਪਹੁੰਚਣ ਲਈ ਸਮਾਂ ਸਿਰਫ 1 ਦਿਨ ਦਾ ਸੀ ਤੇ ਜਿਹੜੀ ਦੂਰੀ ਸੀ ਉਹ ਬਹੁਤ ਜ਼ਿਆਦਾ ਦੂਰ ਸੀ। ਰਾਜੇ ਨਲ ਨੇ ਰਿਤੂਪਰਨ ਨੂੰ ਕਿਹਾ ਕਿ ਉਹ ਫਿਕਰ ਨਾ ਕਰੇ, ਉਹ ਰਿਤੂਪਰਨ ਨੂੰ ਸਵੰਬਰ ਦੇ ਵਿੱਚ ਠੀਕ ਸਮੇਂ ਪਹੁੰਚਾ ਦੇਵੇਗਾ। ਕਿਉਂ ਪਹੁੰਚਾ ਦੇਵੇਗਾ? ਕਿਉਂਕਿ ਰਾਜਾ ਨਲ ਸੀ ਜਿਹੜਾ ਉਹ ਘੋੜੇ ਦੌੜਾਉਣ ਦੇ ਵਿੱਚ ਬਹੁਤ ਜ਼ਿਆਦਾ ਮਾਹਿਰ ਸੀ। ਅਸਲ ਦੇ ਵਿੱਚ ਸਾਰੀ ਕਹਾਣੀ ਕੀ ਸੀ ਕਿ ਦਮਯੰਤੀ ਨੇ ਇਹ ਸਵੰਬਰ ਸਿਰਫ ਤੇ ਸਿਰਫ ਰਾਜਾ ਨਲ ਦੀ ਪਛਾਣ ਕਰਨ ਦੇ ਲਈ ਹੀ ਰੱਖਿਆ ਸੀ, ਕਿਉਂਕਿ ਉਹਨੂੰ ਪਤਾ ਸੀ ਕਿ ਸਿਰਫ ਰਾਜਾ ਨਲ ਹੀ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨੀ ਦੂਰ ਘੋੜਿਆਂ ਨੂੰ ਭਜਾ ਕੇ ਘੱਟ ਸਮੇਂ ਦੇ ਵਿੱਚ ਲਿਆ ਸਕਦਾ ਹੈ। ਜਦੋਂ ਰਾਜਾ ਰਿਤੂਪਰਨ ਨੇ ਨਲ ਨੂੰ ਇੰਨੀ ਤੇਜ਼ ਘੋੜੇ ਦੌੜਾਉਂਦਾ ਵੇਖਿਆ ਤਾਂ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ, ਤਾਂ ਰਾਜੇ ਨਲ ਨੂੰ ਕਿਹਾ ਕਿ ਉਹਨੂੰ ਵੀ ਘੋੜੇ ਦੌੜਾਉਣ ਦੀ ਕਲਾ ਸਿਖਾ ਦੇਵੇ। ਬਦਲੇ ਵਿੱਚ ਉਹ ਰਾਜਾ ਨਲ ਨੂੰ ਜੂਆ ਖੇਡਣ ਦੀ ਕਲਾ ਜਿਹੜੀ ਉਹ ਸਿਖਾਵੇਗਾ। ਰਿਤੂਪਰਨ ਸੀ ਜਿਹੜਾ ਰਾਜਾ, ਉਹ ਜੂਆ ਖੇਡਣ ਦੇ ਵਿੱਚ ਮਾਹਿਰ ਸੀ। ਰਿਤੂਪਰਨ ਨੇ ਰਾਜੇ ਨਲ ਨੂੰ ਜੂਏ ਦੇ ਸਾਰੇ ਗੁਰ ਦੱਸੇ ਤੇ ਨਲ ਨੇ ਉਸਨੂੰ ਘੋੜੇ ਦੌੜਾਉਣ ਦਾ ਭੇਤ ਦੱਸਿਆ। ਅਖੀਰ ਦੇ ਵਿੱਚ ਕੀ ਹੋਇਆ, ਸਮੇਂ ਸਿਰ ਰਿਤੂਪਰਨ ਤੇ ਰਾਜਾ ਨਲ ਜੋ ਉਸ ਵੇਲੇ ਬਾਹਕ ਦੇ ਰੂਪ ਵਿੱਚ ਸੀ ਰਾਜਾ ਭੀਮ ਦੀ ਨਗਰੀ ਪੁੱਜ ਗਏ। ਉੱਥੇ ਰਾਜੇ ਨਲ ਨੂੰ ਕਿਸੇ ਨੇ ਨਾ ਪਛਾਣਿਆ। ਦਮਯੰਤੀ ਨੇ ਇੱਕ ਦਾਸੀ ਰਾਹੀਂ ਰਾਜਾ ਨਲ ਨਾਲ ਸੰਪਰਕ ਕੀਤਾ ਤਾਂ ਰਾਜਾ ਨਲ ਸੀ ਜਿਹੜਾ ਉਹ ਦਮਯੰਤੀ ਦੇ ਸਵੰਬਰ ਰਚਨ ਤੇ ਬੜਾ ਦੁਖੀ ਸੀ। ਪਰ ਜਦੋਂ ਉਹਨੂੰ ਪਤਾ ਲੱਗਿਆ ਕਿ ਦਮਯੰਤੀ ਨੇ ਇਹ ਸਾਰੀ ਯੋਜਨਾ ਜਿਹੜੀ ਸਿਰਫ ਤੇ ਸਿਰਫ ਰਾਜੇ ਨਲ ਨੂੰ ਭਾਵ ਉਸ ਨੂੰ ਹੀ ਲੱਭਣ ਲਈ ਬਣਾਈ ਸੀ, ਤਾਂ ਉਸਦੇ ਸਾਰੇ ਸ਼ੱਕ ਸੀ ਜਿਹੜੇ ਉਹ ਦੂਰ ਹੋ ਗਏ। ਰਾਜਾ ਨਲ ਸੀ ਜਿਹੜਾ ਉਹ ਦਮਯੰਤੀ ਤੇ ਬੱਚਿਆਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਦੁਬਾਰਾ ਮਿਲਣ ਤੇ ਬਹੁਤ ਜ਼ਿਆਦਾ ਖੁਸ਼ ਹੋਏ। ਇਸ ਖੁਸ਼ੀ ਵਿੱਚ ਰਾਜਾ ਭੀਮ ਨੇ ਬਹੁਤ ਸਾਰੇ ਸਮਾਗਮ ਕੀਤੇ, ਪ੍ਰੋਗਰਾਮ ਕੀਤੇ, ਖੁਸ਼ੀਆਂ ਮਨਾਈਆਂ। ਕੁਝ ਸਮੇਂ ਪਿੱਛੋਂ ਰਾਜਾ ਨਲ ਸੀ ਉਹ ਆਪਣੇ ਭਰਾ ਪੁਸ਼ਕਰ ਕੋਲ ਗਿਆ ਤੇ ਉਸਨੂੰ ਦੁਬਾਰਾ ਜੂਆ ਖੇਡਣ ਦੇ ਲਈ ਵਗਾਰਿਆ। ਜੂਏ ਦੀ ਜੋ ਨਵੀਂ ਸਿੱਖੀ ਕਲਾ ਜੋ ਰਾਜਾ ਰਿਤੂਪਰਨ ਤੋਂ ਉਸਨੇ ਸਿੱਖੀ ਸੀ, ਉਸਨੇ ਨਾ ਕੇਵਲ ਪੁਸ਼ਕਰ ਤੋਂ ਆਪਣਾ ਹਾਰਿਆ ਹੋਇਆ ਰਾਜ ਭਾਗ ਮੁੜ ਜਿੱਤ ਲਿਆ, ਸਗੋਂ ਪੁਸ਼ਕਰ ਦਾ ਵੀ ਸਾਰਾ ਰਾਜ ਸੀ ਜਿਹੜਾ ਹਾਸਲ ਕਰ ਲਿਆ। ਪਰ ਰਾਜਾ ਨਲ ਸੀ ਜੋ ਉਹ ਪੁਸ਼ਕਰ ਵਾਂਗ ਦੁਸ਼ਟ ਭਾਵ ਬੁਰਾ ਨਹੀਂ ਸੀ। ਉਸਨੇ ਸੱਜਣਤਾ ਦਿਖਾਉਂਦੇ ਹੋਏ, ਦਿਆਲਤਾ ਦਿਖਾਉਂਦੇ ਹੋਏ ਪੁਸ਼ਕਰ ਨੂੰ ਉਸਦਾ ਰਾਜ ਭਾਗ ਸੀ ਉਹ ਵਾਪਿਸ ਕਰ ਦਿੱਤਾ। ਇਸ ਦੇ ਨਾਲ ਸਾਰੇ ਖੁਸ਼ੀ ਰਹਿਣ ਲੱਗੇ ਤੇ ਦਮਯੰਤੀ ਤੇ ਨਲ ਦਾ ਜੋ ਆਪਸੀ ਪਿਆਰ ਸੀ ਉਹ ਸਾਰੇ ਦੁੱਖ ਕਸ਼ਟ ਝੱਲਣ ਦੇ ਵਿੱਚ ਤੋਂ ਬਾਅਦ ਸਗੋਂ ਹੋਰ ਵੀ ਬਹੁਤ ਜ਼ਿਆਦਾ ਵੱਧ ਗਿਆ। ਤਾਂ ਇਹ ਸੀ ਤੁਹਾਡੀ ਕਹਾਣੀ ਨਲ ਅਤੇ ਦਮਯੰਤੀ। ਹੁਣ ਆਪਾਂ ਇਹਦੇ ਵਿੱਚੋਂ ਕਰਦੇ ਹਾਂ ਵਸਤੂਨਿਸ਼ਟ ਭਾਵ ਸੰਖੇਪ ਪ੍ਰਸ਼ਨ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਨਲ ਅਤੇ ਦਮਯੰਤੀ ਕਿਸ ਵੰਨਗੀ ਦੀ ਕਹਾਣੀ ਹੈ? ਤਾਂ ਆਪਾਂ ਪਕਾਰ ਹੀ ਚੁੱਕੇ ਹਾਂ ਕਿ ਇਹ ਮਿੱਥ ਕਥਾ ਵੰਨਗੀ ਦੀ ਕਹਾਣੀ ਹੈ। ਵੀਰਸੈਨ ਕਿਸ ਦੇਸ਼ ਦਾ ਰਾਜਾ ਸੀ? ਤਾਂ ਵੀਰਸੈਨ ਨਿਸ਼ਦ ਦੇਸ਼ ਦਾ ਰਾਜਾ ਸੀ। ਨਲ ਕਿਸ ਦਾ ਪੁੱਤਰ ਸੀ? ਰਾਜਾ ਨਲ ਨਿਸ਼ਦ ਦੇਸ਼ ਦੇ ਰਾਜੇ ਵੀਰਸੈਨ ਦਾ ਪੁੱਤਰ ਸੀ। ਨਲ ਦੀ ਕਿਸ ਕੰਮ ਵਿੱਚ ਖਾਸ ਮੁਹਾਰਤ ਸੀ? ਘੋੜੇ ਦੌੜਾਉਣ ਦੇ ਵਿੱਚ। ਤੇਜਸਵੀ ਗੁਣਵਾਨ ਸੁੰਦਰ ਘੋੜੇ ਦੌੜਾਉਣ ਦਾ ਮਾਹਰ ਕੌਣ ਸੀ? ਭਾਵ ਇਹ ਸਾਰੇ ਗੁਣ ਸੀ ਜਿਹੜੇ ਉਹ ਕਿਸ ਵਿਅਕਤੀ ਦੇ ਸੀ? ਤਾਂ ਇਹ ਸਾਰੇ ਗੁਣ ਰਾਜੇ ਨਲ ਦੇ ਸੀ। ਰਾਜਾ ਭੀਮ ਕਿੱਥੋਂ ਦਾ ਦੇਸ਼ ਸੀ? ਭਾਵ ਦਮਯੰਤੀ ਦਾ ਪਿਤਾ ਰਾਜਾ ਭੀਮ ਕਿੱਥੋਂ ਦਾ ਰਾਜਾ ਸੀ? ਉਹ ਸੀ ਵਿਦਰਭ ਦੇਸ਼ ਦਾ। ਰਾਜੇ ਭੀਮ ਦੀ ਰਾਜਕੁਮਾਰੀ ਦਾ ਕੀ ਨਾਂ ਸੀ? ਦਮਯੰਤੀ। ਜਾਂ ਇਹ ਵੀ ਆ ਸਕਦਾ ਹੈ ਕਿ ਦਮਯੰਤੀ ਦੇ ਪਿਤਾ ਦਾ ਕੀ ਨਾਂ ਸੀ? ਤਾਂ ਰਾਜਾ ਭੀਮ ਵਿਦਰਭ ਦੇਸ਼ ਦਾ ਰਾਜਾ ਉਸਦਾ ਪਿਤਾ ਸੀ। ਰੂਪਮਤੀ ਤੇ ਬੁੱਧੀਵਾਨ ਰਾਜਕੁਮਾਰੀ ਕੌਣ ਸੀ? ਦਮਯੰਤੀ ਸੀ। ਦਮਯੰਤੀ ਦੇ ਵਿਆਹ ਲਈ ਰਾਜੇ ਨੇ ਕਿਸ ਸਮਾਗਮ ਦਾ ਆਯੋਜਨ ਕੀਤਾ? ਤਾਂ ਸਵੰਬਰ ਦਾ ਆਯੋਜਨ ਕੀਤਾ ਸੀ। ਦਮਯੰਤੀ ਦੇ ਸਵੰਬਰ ਵਿੱਚ ਕੌਣ ਕੌਣ ਸ਼ਾਮਲ ਹੋਏ? ਰਾਜੇ, ਰਾਜਕੁਮਾਰ ਤੇ ਦੇਵਤੇ ਸ਼ਾਮਲ ਹੋਏ ਸੀ। ਦਮਯੰਤੀ ਮਨ ਵਿੱਚ ਕਿਸ ਨੂੰ ਆਪਣਾ ਪਤੀ ਸਵੀਕਾਰ ਕਰ ਚੁੱਕੀ ਸੀ? ਰਾਜੇ ਨਲ ਨੂੰ, ਕਿਉਂਕਿ ਉਹਨਾਂ ਨੂੰ ਬਿਨਾਂ ਦੇਖੇ ਇੱਕ ਦੂਜੇ ਦੇ ਨਾਲ ਲਗਾਵ ਪੈਦਾ ਹੋ ਗਿਆ ਸੀ। ਕਈ ਦੇਵਤਿਆਂ ਨੇ ਕਿਸ ਦਾ ਰੂਪ ਧਾਰਨ ਕੀਤਾ ਹੋਇਆ ਸੀ? ਤਾਂ ਰਾਜੇ ਨਲ ਦਾ ਰੂਪ ਧਾਰਨ ਕੀਤਾ ਹੋਇਆ ਸੀ। ਦਮਯੰਤੀ ਨੇ ਕਿਸ ਦੇ ਗਲ ਵਿੱਚ ਵਰਮਾਲਾ ਪਾਈ? ਰਾਜੇ ਨਲ ਦੇ। ਨਲ ਤੇ ਦਮਯੰਤੀ ਦੇ ਘਰ ਕਿੰਨੇ ਬੱਚੇ ਹੋਏ? 2 ਬੱਚੇ ਹੋਏ, ਇੱਕ ਲੜਕਾ ਤੇ ਇੱਕ ਲੜਕੀ। ਨਲ ਤੇ ਦਮਯੰਤੀ ਦੀ ਖੁਸ਼ੀ ਕਿਸ ਤੋਂ ਬਰਦਾਸ਼ਤ ਨਾ ਹੋਈ? ਤਾਂ ਕਲਯੁਗ ਤੋਂ ਨਲ ਤੇ ਦਮਯੰਤੀ ਦੀ ਖੁਸ਼ੀ ਬਰਦਾਸ਼ਤ ਨਾ ਹੋਈ। ਰਾਜਾ ਨਲ ਕਿਸ ਦੇ ਨਾਲ ਜੂਆ ਖੇਡਣ ਲੱਗਾ? ਆਪਣੇ ਭਰਾ ਪੁਸ਼ਕਰ ਦੇ ਨਾਲ। ਨਲ ਦਾ ਰਾਜ ਕਿਸ ਨੇ ਜਿੱਤ ਲਿਆ ਸੀ? ਪੁਸ਼ਕਰ ਨੇ ਜੂਏ ਦੇ ਵਿੱਚ ਹਰਾ ਕੇ। ਰਾਜਾ ਨਲ ਰਾਜ ਛੱਡ ਕੇ ਕਿੱਥੇ ਚਲਾ ਗਿਆ? ਜੰਗਲ ਦੇ ਵਿੱਚ। ਜੰਗਲ ਵਿੱਚ ਰਾਜੇ ਨਲ ਦੇ ਨਾਲ ਕੌਣ ਗਿਆ ਸੀ?
ਦਮਯੰਤੀ ਭਾਵ ਉਹ ਦੋਨੋਂ ਖੁਦ ਹੀ ਸੀ ਤੇ ਇੱਕ ਵਸਤਰ ਉਹਨਾਂ ਦੇ ਪਹਿਨਿਆ ਹੋਇਆ ਸੀ, ਹੋਰ ਉਹਨਾਂ ਕੋਲ ਕੁਝ ਵੀ ਨਹੀਂ ਸੀ। ਰਾਜਾ ਨਲ ਦਮਯੰਤੀ ਨੂੰ ਕਿਸ ਹਾਲਤ ਵਿੱਚ ਛੱਡ ਗਿਆ? ਸੁੱਤੀ ਪਈ ਨੂੰ। ਕਿਸ ਨੇ ਦਮਯੰਤੀ ਨੂੰ ਨਿਗਲਣਾ ਸ਼ੁਰੂ ਕੀਤਾ? ਅਜਗਰ ਨੇ। ਅਜਗਰ ਨੂੰ ਕਿਸ ਨੇ ਮਾਰਿਆ ਸੀ? ਸ਼ਿਕਾਰੀ ਨੇ। ਫਿਰ ਸ਼ਿਕਾਰੀ ਨੂੰ ਕਿਸ ਨੇ ਮਾਰਿਆ? ਦਮਯੰਤੀ ਨੇ। ਜੰਗਲ ਵਿੱਚ ਕਿਹਨਾਂ ਨੇ ਦਮਯੰਤੀ ਨੂੰ ਧੀਰਜ ਦੇਣ ਦਾ ਯਤਨ ਕੀਤਾ? ਕਈ ਰਿਸ਼ੀਆਂ ਨੇ। ਚੇਦੀ ਰਾਜ ਦੀ ਰਾਜਮਾਤਾ ਦਮਯੰਤੀ ਦੀ ਕੀ ਲੱਗਦੀ ਸੀ? ਮਾਸੀ ਲੱਗਦੀ ਸੀ। ਦਮਯੰਤੀ ਦੇ ਪਿਤਾ ਨੇ ਰਾਜੇ ਨਲ ਨੂੰ ਲੱਭਣ ਲਈ ਕਿਹਨਾਂ ਨੂੰ ਚੁਫੇਰੇ ਭੇਜਿਆ? ਬ੍ਰਾਹਮਣਾਂ ਨੂੰ। ਰਾਜਾ ਨਲ ਕਸ਼ਟ ਝੱਲਦਾ ਹੋਇਆ ਕਿੱਥੇ ਪੁੱਜਾ ਸੀ? ਰਾਜਾ ਰਿਤੂਪਰਣ ਕੋਲ। ਦਮਯੰਤੀ ਨੇ ਸਵੰਬਰ ਕਿਉਂ ਰੱਖਿਆ ਸੀ? ਰਾਜਾ ਨਲ ਦੀ ਪਛਾਣ ਲਈ ਜਾਂ ਰਾਜੇ ਨਲ ਨੂੰ ਲੱਭਣ ਦੇ ਲਈ। ਰਿਤੂਪਰਣ ਕਿਹੜੀ ਖੇਡ ਦਾ ਮਾਹਿਰ ਸੀ? ਜੂਆ ਖੇਡਣ ਦਾ। ਤੇ ਰਾਜਾ ਨਲ ਸੀ ਉਹ ਘੋੜੇ ਦੌੜਾਉਣ ਦਾ ਮਾਹਿਰ ਸੀ। ਰਾਜਾ ਰਿਤੂਪਰਣ ਜੂਆ ਖੇਡਣ ਦਾ ਮਾਹਿਰ ਸੀ। ਦਮਯੰਤੀ ਨੇ ਕਿਸ ਰਾਹੀਂ ਰਾਜਾ ਨਲ ਨਾਲ ਸੰਪਰਕ ਕੀਤਾ? ਇੱਕ ਦਾਸੀ ਰਾਹੀਂ ਰਾਜਾ ਨਲ ਨਾਲ ਸੰਪਰਕ ਕੀਤਾ ਸੀ। ਨਲ ਨੇ ਜੂਏ ਵਿੱਚ ਜਿੱਤ ਕੇ ਵੀ ਰਾਜ ਕਿਸ ਨੂੰ ਵਾਪਸ ਕਰ ਦਿੱਤਾ? ਆਪਣੇ ਭਰਾ ਪੁਸ਼ਕਰ ਨੂੰ। ਤਾਂ ਜੇਕਰ ਤੁਹਾਨੂੰ ਇਹ ਪ੍ਰਸ਼ਨ ਆ ਜਾਂਦਾ ਹੈ ਕਿ ਇਹ ਸਾਰੇ ਜਿਹੜੇ ਪਾਤਰ ਨੇ ਉਹ ਕਿਹੜੀ ਮਿੱਥ ਕਥਾ ਦੇ ਪਾਤਰ ਨੇ, ਜਿਵੇਂ ਵੀਰਸੇਨ, ਨਲ, ਦਮਯੰਤੀ, ਭੀਮਸੇਨ ਵਗੈਰਾ, ਤਾਂ ਇਹ ਹੈਗੇ ਨਲ ਤੇ ਦਮਯੰਤੀ। ਨਲ ਤੇ ਦਮਯੰਤੀ ਦੇ ਪਾਤਰ ਵੀ ਤੁਸੀਂ ਇਹੋ ਸੇਮ ਪ੍ਰਸ਼ਨ ਆ ਗਿਆ, ਵੀਰਸੇਨ, ਨਲ, ਦਮਯੰਤੀ, ਭੀਮਸੇਨ, ਰਾਜੇ ਰਾਜਕੁਮਾਰ ਦੇਵਤੇ, ਇਹ ਸਾਰੇ ਨਲ ਤੇ ਦਮਯੰਤੀ ਕਹਾਣੀ ਦੇ ਪਾਤਰ ਨੇ। ਅੱਗੇ ਹੈ ਦਮਯੰਤੀ ਕਰੂਪ ਅਤੇ ਬੇਅਕਲ ਸੀ। ਇਹ ਬਿਲਕੁਲ ਗਲਤ ਹੈ ਕਿਉਂਕਿ ਉਹ ਬਹੁਤ ਸੋਹਣੀ ਤੇ ਬਹੁਤ ਬੁੱਧੀਮਾਨ ਸੀ। ਤਾਂ ਇਹ ਸੀ ਬੱਚਿਓ ਤੁਹਾਡੀ ਦੂਜੀ ਮਿੱਥ ਕਥਾ ਨਲ ਤੇ ਦਮਯੰਤੀ। ਤੁਸੀਂ ਇਸ ਦਾ ਸਾਰ ਤੇ ਸੰਖੇਪ ਪ੍ਰਸ਼ਨ ਬਹੁਤ ਧਿਆਨ ਨਾਲ ਸੁਣੇ ਹੋਣਗੇ। ਆਪਣੇ ਪ੍ਰੀਖਿਆਵਾਂ ਵੱਲ ਵੀ ਧਿਆਨ ਦਿਓ ਤੇ ਆਪਣੀ ਪੜ੍ਹਾਈ ਵੱਲ ਵੀ ਧਿਆਨ ਦਿਓ।